ਸਭ ਤੋਂ ਪਹਿਲਾਂ ਉਸ ਪਰਮ ਪਿਤਾ ਪਰਮਾਤਮਾ ਸਿਰਜਣਹਾਰ ਵਾਹਿਗੁਰੂ ਸ਼ਹਿਨਸ਼ਾਹ ਦਸਤਗੀਰ ਗੁਰੂ ਸਾਹਿਬਾਨ ਉਹਨਾਂ ਦੀ ਸਮੇਤ ਪਰਮ ਸੰਤ ਮਹਾਰਾਜ ਰਾਮ ਸਿੰਘ ਜੀ ਔਰ ਸਾਰੀਆਂ ਹੀ ਰੱਬੀ ਰੂਹਾਂ ਦੇ ਚਰਨਾਂ 'ਚ ਦਾਸ ਦੀ ਨਮਸਕਾਰ ਹੈ। ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜੋ ਨਵਾਂ ਸਾਲ 2022 ਚੜ੍ਹਿਆ, ਉਹਦੇ ਸੰਬੰਧ ਦੇ ਵਿੱਚ ਇਕੱਤਰ ਹੋਇਆ ਆਸ਼ੀਰਵਾਦ ਪ੍ਰਭੂ ਪਰਮੇਸ਼ਵਰ ਸਤਿਗੁਰੂ ਤੋਂ ਪ੍ਰਾਪਤ ਕਰਨ ਵਾਸਤੇ ਕਿ ਸਾਡਾ ਸਾਲ ਵਧੀਆ ਨਿਕਲੇ। ਹਰ ਇੱਕ ਦੇ ਮਨ ਦੀ ਮਨਸ਼ਾ ਹੁੰਦੀ ਹੈ। ਹਰ ਦੁਨਿਆਵੀ ਜਗਿਆਸੂ ਉਸ ਪਰਮਾਤਮਾ ਮੂਹਰੇ ਅਰਦਾਸ ਬੇਨਤੀ ਕਰਦਾ ਹੈ ਕਿ ਮੇਰੇ 'ਤੇ ਕਿਰਪਾ ਰੱਖੀ, ਘਰ ਪਰਿਵਾਰ, ਕੰਮਕਾਰ, ਰੋਜੀ ਰੋਟੀ, ਸਰੀਰਕ ਤੰਦਰੁਸਤੀ ਬਖਸ਼ਿਸ਼ ਕਰੀ। ਪਰ ਜੋ ਜਗਿਆਸੂ ਪਰਮਾਤਮਾ ਨਾਲ ਜੁੜਿਆ ਹੁੰਦਾ, ਉਹ ਇਸ ਤੋਂ ਵੀ ਅੱਗੇ ਜਾਂਦਾ ਹੈ। ਉਹ ਇਹ ਮੰਗਦਾ ਹੈ ਕਿ ਮੈਂ ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਉਂਦਾ ਹੋਇਆ ਤੇਰੇ ਨਾਲ ਜੁੜਿਆ ਰਵਾਂ, ਅੰਦਰੋਂ ਸਦਾ ਮੈਂ ਤੇਰੇ ਨਾਲ ਜੁੜਿਆ ਰਵਾਂ। ਐਸੀ ਕਿਰਪਾ ਕਰ ਕਿ ਜੋ ਇਹ ਸਮਾਂ ਹੈ, ਇਹਦੇ ਵਿੱਚ ਜੋ ਵੀ ਮੇਰੀਆਂ ਜ਼ਿੰਮੇਵਾਰੀਆਂ ਕਿਰਪਾ ਰੱਖੀ, ਉਹਨਾਂ ਨੂੰ ਮੈਂ ਪੂਰੇ ਵਧੀਆ ਤਰੀਕੇ ਨਾਲ, ਜੋ ਮੇਰੀਆਂ ਦੁਨਿਆਵੀ ਰਿਸਪੌਂਸਿਬਿਲਿਟੀ ਆ, ਉਹਨਾਂ ਨੂੰ ਕਰਾਂ। ਪਰ ਉਹ ਕਿਸੇ ਮੋਹ ਮਾਇਆ ਦੇ ਵਿੱਚ ਨਹੀਂ ਫਸਦਾ। ਉਹ ਆਪਣੀਆਂ ਸਾਰੀਆਂ ਡਿਊਟੀਆਂ ਨੂੰ ਪੂਰਨ ਤਰੀਕੇ ਨਾਲ ਨਿਭਾਉਂਦਾ ਹੈ। ਪਰ ਉਹਦਾ ਜਿਹੜਾ ਨਿੱਜ ਹੈ, ਉਹ ਹਮੇਸ਼ਾ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਲੱਗਿਆ ਰਹਿੰਦਾ ਹੈ। ਅੰਦਰ ਤੜਪ ਰਹਿੰਦੀ ਹੈ ਹਮੇਸ਼ਾ ਕਿ ਜਿਸ ਮਕਸਦ ਕਰਕੇ ਮੈਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਉਹਦੇ ਤੋਂ ਮੇਰਾ ਧਿਆਨ ਕਿਸੇ ਪਾਸੇ ਭਟਕ ਨਾ ਜਾਵੇ। ਐਸੀ ਉਹਦੀ ਅਰਦਾਸ ਹੁੰਦੀ ਹੈ ਔਰ ਇਹੀ ਅਰਦਾਸ ਸਾਨੂੰ ਕਰਨੀ ਚਾਹੀਦੀ ਹੈ ਕਿ ਪ੍ਰਭੂ ਕਿਰਪਾ ਕਰ, ਕੋਈ ਐਸੀ ਸਾਡੀ ਅਵਸਥਾ ਨਾ ਬਣੇ ਕਿ ਅਸੀਂ ਤੇਰੇ ਤੋਂ ਟੁੱਟੀਏ। ਸਦਾ ਤੇਰੇ ਨਾਲ ਅਸੀਂ ਜੁੜੇ ਰਹੀਏ, ਐਸੀ ਸਾਡੇ 'ਤੇ ਬਖਸ਼ਿਸ਼ ਕਰ। ਜੋ ਸਮਾਂ ਅੱਗੇ ਆ ਰਿਹਾ ਹੈ, ਉਹ ਐਸੀ ਮਿਹਰ ਵਾਲਾ ਹੋਵੇ ਕਿ ਕਿਸੇ ਵੀ ਹਾਲਾਤ ਦੇ ਵਿੱਚ ਅਸੀਂ ਤੇਰੇ ਹੁਕਮ 'ਚ ਰਹੀਏ। ਐਸੀ ਤਾਕਤ, ਐਸੀ ਸਟਰੈਂਥ ਤੂੰ ਸਾਨੂੰ ਦੇ। ਸਦਾ ਸਦਾ ਅਸੀਂ ਤੇਰਾ ਧਿਆਨ ਕਰੀਏ। ਸਾਡੇ ਸਵਾਸ ਸਵਾਸ ਤੇਰਾ ਧਿਆਨ ਮੇਰੇ ਹਿਰਦੇ 'ਚ ਸਦਾ ਬਣਿਆ ਰਹੇ। ਜਦੋਂ ਐਸੀ ਅਵਸਥਾ ਨਹੀਂ ਹੁੰਦੀ, ਚਾਹੇ ਸਾਨੂੰ ਮੋਕਸ਼ ਦਾ, ਚਾਹੇ ਜੀਵਨ ਨੂੰ ਸਫਲ ਕਰਨ ਦਾ ਮੌਕਾ ਵੀ ਮਿਲੇ, ਅਸੀਂ ਉਹਦੇ ਤੋਂ ਖੁੰਝ ਜਾਂਦੇ ਹਾਂ। ਗੁਰੂ ਨਾਨਕ ਪਾਤਸ਼ਾਹ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਜਦੋਂ ਯਾਤਰਾਵਾਂ ਕਰ ਰਹੇ ਸੀ, ਇੱਕ ਰਸਤੇ 'ਤੇ ਜਾ ਰਹੇ ਸੀ। ਭਾਈ ਮਰਦਾਨੇ ਨੂੰ ਭੁੱਖ ਲੱਗੀ। ਫਰਿਆਦ ਕਰਦਾ ਹੈ ਕਿ ਗੁਰੂ ਪਾਤਸ਼ਾਹ ਕਿਰਪਾ ਕਰੋ, ਬੜੀ ਭੁੱਖ ਲੱਗੀ ਹੈ, ਲਾਗੇ ਮੈਨੂੰ ਇੱਕ ਨਗਰ ਨਜ਼ਰ ਆ ਰਿਹਾ, ਆਪਾਂ ਉੱਧਰ ਨੂੰ ਚੱਲੀਏ, ਕਿਤੋਂ ਨਾ ਕਿਤੋਂ ਭੋਜਨ ਦਾ ਪ੍ਰਬੰਧ ਕਰਕੇ ਛਕੀਏ। ਆਪ ਹੱਸ ਪਏ, ਕਹਿੰਦੇ ਮਰਦਾਨਿਆ, ਕਿਉਂ ਇੰਨਾ ਰੌਲਾ ਪਾਈ ਜਾਂਦਾ? ਜੋ ਅਕਾਲ ਪੁਰਖ ਪੱਥਰਾਂ 'ਚ ਵੀ ਰਿਜ਼ਕ ਦੇ ਦਿੰਦਾ ਹੈ, ਉੱਥੇ ਰਹਿਣ ਵਾਲੇ ਕੀੜਿਆਂ ਦਾ ਵੀ ਉਹਨੇ ਪ੍ਰਬੰਧ ਕੀਤਾ। ਜਿਹਨੇ ਸਾਰਿਆਂ ਦੇ ਰਿਜ਼ਕ ਦਾ ਪ੍ਰਬੰਧ ਕੀਤਾ ਹੈ, ਉਹ ਸਾਡੇ 'ਤੇ ਵੀ ਬਖਸ਼ਿਸ਼ ਕਰੂਗਾ। ਤੁਰਦੇ ਹੋਏ ਨਗਰ ਦੇ ਬਾਹਰ ਇੱਕ ਖੂਹ 'ਤੇ ਪਹੁੰਚੇ। ਉੱਥੇ ਬਜ਼ੁਰਗ ਬੈਠਾ ਹੈ। ਉਹਨੇ ਸਾਧੂ ਮਹਾਤਮਾ ਜਾਣ ਕੇ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕਾਇਆ, ਜਲ ਪਾਨ ਕਰਾਇਆ, ਸੇਵਾ ਕੀਤੀ। ਗੁਰੂ ਸਾਹਿਬ ਪ੍ਰਸੰਨ ਹੋ ਗਏ। ਕਹਿੰਦੇ ਭਾਈ, ਅਸੀਂ ਤੇਰਾ ਭੋਜਨ ਛਕਿਆ, ਤੂੰ ਸਾਡੇ ਕੋਲੋਂ ਮੋਕਸ਼ ਦੀ ਮੰਗ ਕਰ ਲੈ। ਬੜਾ ਸਮਾਂ ਤੂੰ ਆਪਣੇ ਜੀਵਨ ਦਾ, ਪਰਿਵਾਰ ਦਾ, ਦੁਨਿਆਵੀ ਕੰਮਾਂ 'ਚ ਬਿਤਾ ਲਿਆ। ਹੁਣ ਤੂੰ ਆਪਣਾ ਅੱਗਾ ਸਵਾਰ। ਉਹਦਾ ਮਨ ਮੋਹ ਦੇ ਵਿੱਚ ਫਸਿਆ ਹੋਇਆ ਸੀ।
ਉਹ ਕਹਿੰਦਾ ਮਹਾਤਮਾ ਤੁਸੀਂ ਕੌਣ ਹੋ? ਮਰਦਾਨੇ ਨੇ ਸਾਰਾ ਦੱਸਿਆ। ਉਹ ਕਹਿੰਦਾ ਨਾਨਕ ਪਾਤਸ਼ਾਹ, ਜੇ ਮੈਂ ਹੁਣ ਆਪ ਦਾ ਸਾਰਾ ਕੁਝ ਛੱਡਦਾ, ਉਹ ਕਹਿੰਦੇ ਮੈਂ ਤੇਰੀ ਸਵਾਸਾਂ ਦੀ ਪੂੰਜੀ ਪੂਰਨ ਕਰਕੇ ਤੈਨੂੰ ਮੁਕਤ ਧਾਮ ਨੂੰ ਭੇਜ ਦਿੰਦਾ। ਉਹ ਕਹਿੰਦਾ ਜੀ ਜੇ ਮੈਂ ਹੁਣ ਹਜੇ ਛੱਡਦਾ, ਮੈਨੂੰ ਹੋਰ ਸਮਾਂ ਚਾਹੀਦਾ। ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਤੁਸੀਂ ਮੈਨੂੰ ਮੁਕਤੀ ਦੇ ਰਹੇ ਹੋ, ਮੈਨੂੰ ਤਾਂ ਹਲੇ ਹੋਰ ਸਮਾਂ ਚਾਹੀਦਾ। ਚਾਹੇ ਮੇਰੇ ਬੱਚੇ ਵੱਡੇ ਹੋ ਗਏ, ਚਾਹੇ ਮੇਰੇ ਨਾਲ ਸਾਰਾ ਮੇਰਾ ਜ਼ਿਮੀਂਦਾਰੀ ਦਾ ਕੰਮਕਾਰ ਸੰਭਾਲਦੇ ਹੈ, ਪਰ ਮੈਨੂੰ ਇਹ ਲੱਗਦਾ ਕਿ ਹਜੇ ਮੈਂ ਹੋਰ ਇਹਨਾਂ ਲਈ ਕਰਦੇ ਹਾਂ। ਮੋਹ ਦੀ ਅਵਸਥਾ ਸੀ। ਗੁਰੂ ਸਾਹਿਬ ਕਹਿੰਦੇ ਚੰਗਾ ਭਾਈ, ਤੇਰੀ ਮਰਜ਼ੀ, ਕਹਿ ਕੇ ਚਲੇ ਗਏ। ਕੁਛ ਅਰਸੇ ਪਸ਼ਚਾਤ, ਕੁਛ ਲੰਬਾ ਅਰਸਾ ਨਿਕਲਣ ਪਸ਼ਚਾਤ ਫੇਰ ਆਏ। ਕਹਿੰਦੇ ਮਰਦਾਨਿਆਂ, ਉਹਦਾ ਕੁਛ ਨਾ ਕੁਛ ਤਾਂ ਸਾਨੂੰ ਦੇਣਾ ਪਊਗਾ। ਤਾਂ ਉੱਥੇ ਪਹੁੰਚੇ। ਉੱਥੇ ਉਹ ਬਜ਼ੁਰਗ ਨਜ਼ਰ ਨਾ ਆਇਆ ਖੂਹ 'ਤੇ। ਉੱਥੇ ਇੱਕ ਨੌਜਵਾਨ ਲੜਕਾ ਸੀ, ਇੱਕ ਉਹਦੇ ਨਾਲ ਹੋਰ ਕੰਮ ਕਰਨ ਵਾਲਾ ਸੀ। ਉਹਨੂੰ ਪੁੱਛਿਆ, ਭਾਈ ਇੱਥੇ ਇੱਕ ਬਜ਼ੁਰਗ ਸੀ। ਉਹ ਕਹਿੰਦੇ ਮਹਾਤਮਾ ਉਹਨੂੰ ਤੇ ਅਰਸਾ ਹੋ ਗਿਆ ਸਰੀਰ ਛੱਡੇ ਨੂੰ। ਤਾਂ ਗੁਰੂ ਸਾਹਿਬ ਦਾ ਧਿਆਨ ਉੱਥੇ ਖੂਹ 'ਤੇ ਜੁੜੇ ਹੋਏ ਦੋ ਬਲਦਾਂ ਲੱਗਿਆ। ਉਹਨਾਂ ਦੇ ਵਿੱਚ ਇੱਕ ਨੌਜਵਾਨ ਉਮਰ ਦਾ ਬਲਦ ਸੀ। ਗੁਰੂ ਸਾਹਿਬ ਕਹਿੰਦੇ ਮੈਂ ਤੁਹਾਡੇ ਬਲਦ ਕੋਲੇ ਜਾਣਾ ਚਾਹੁੰਦਾ, ਇਹਨੂੰ ਰੋਕੋ। ਉਹਨਾਂ ਨੇ ਰੋਕ ਕੇ ਪਾਸੇ ਬੰਨ੍ਹਤਾ। ਗੁਰੂ ਸਾਹਿਬ ਕਹਿੰਦੇ ਭਾਈ ਪਾਸੇ ਜਾਓ। ਮਹਾਤਮਾ ਕਰਕੇ ਉਹ ਕਹਿੰਦੇ ਜੀ ਠੀਕ ਹੈ, ਜਿਵੇਂ ਆਪ ਜੀ ਦੀ ਮਰਜ਼ੀ, ਸਾਧੂਆਂ ਦੀ ਮੌਜ ਹੋਊਗੀ। ਗੁਰੂ ਸਾਹਿਬ ਗਏ, ਦ੍ਰਿਸ਼ਟੀ ਮਾਰੀ, ਆਪ ਦੀ ਕਿਰਪਾ ਕੀਤੀ, ਉਹਦੀ ਆਤਮਾ ਨੂੰ ਜਾਗਰਤ ਕੀਤਾ। ਕਹਿੰਦੇ ਕਿਉਂ? ਮੈਂ ਤੈਨੂੰ ਮੁਕਤੀ ਦਿੰਦਾ ਸੀ, ਹੁਣ ਤੂੰ ਆ ਬਲਦ ਜੂਨੀ 'ਚ ਪਿਆ ਫਿਰਦਾ। ਜਦੋਂ ਅੰਤ ਸਮਾਂ ਸੀ ਤੇਰੀ ਸੁਤਾ ਇੱਥੇ ਹੀ ਰਹਿ ਗਈ ਕਿ ਮੈਂ ਇਹਨਾਂ ਵਾਸਤੇ ਕੰਮ ਕਰਾਂ। ਪਰਮਾਰਥ ਤੈਨੂੰ ਚੇਤੇ ਨਹੀਂ ਸੀ, ਪ੍ਰਭੂ ਪਰਮਾਤਮਾ ਤੈਨੂੰ ਚੇਤੇ ਨਹੀਂ ਸੀ। ਹੁਣ ਦੱਸ, ਹੁਣ ਵੀ ਮੈਂ ਤੇਰਾ ਛੁਟਕਾਰਾ ਕਰਾ ਦਿੰਦਾ। ਉਹਨੇ ਜਦੋਂ ਦੇਖਿਆ ਉਹਦਾ ਲੜਕਾ ਖੜਾ ਹੈ, ਸਾਰਾ ਕੁਝ ਖੜਾ, ਫੇਰ ਮੋਹ ਜਾਗ ਪਿਆ। ਸਤਿਗੁਰੂ ਨੇ ਆਤਮਾ ਜਾਗਰਤ ਕੀਤੀ ਸੀ। ਕਹਿੰਦਾ ਜੀ ਨਹੀਂ, ਜੇ ਤੁਸੀਂ ਮੈਨੂੰ ਹੁਣ ਇੱਥੋਂ ਛੁਟਕਾਰਾ ਦਿੱਤਾ, ਮੇਰੇ ਪੁੱਤਰਾਂ ਦਾ ਨੁਕਸਾਨ ਹੋ ਜੂ। ਹੁਣ ਮੈਂ ਬਲਦ ਜੁਨੀ 'ਚ ਤਕੜਾ ਮੇਰਾ ਸਰੀਰ ਆ, ਮੈਂ ਇਹਨਾਂ ਵਾਸਤੇ ਹਲ ਬਾਉਣਾ, ਖੂਹ ਗੇੜਦਾ। ਇੰਨਾ ਵਧੀਆ ਬਲਦੇ ਕਿੱਥੋਂ ਲੈ ਕੇ ਆਉਣਗੇ, ਬੜੇ ਪੈਸੇ ਲੱਗਣਗੇ। ਸਤਿਗੁਰੂ ਮੁਸਕਰਾਏ, ਕਹਿੰਦੇ ਚੰਗਾ। ਫਿਰ ਪਰਦਾ ਪਾਤਾ, ਉਹ ਖੂਹ 'ਤੇ ਹੀ ਜੋੜਤਾ, ਚਲੇ ਗਏ। ਅਵਸਥਾ ਦੀ ਗੱਲ ਆਪਾਂ ਕਰਦੇ ਹਾਂ ਕਿ ਇਹ ਤੋਂ ਬਚਣਾ ਪੈਂਦਾ ਹੈ। ਚਲੇ ਗਏ। ਫਿਰ ਕਾਫੀ ਅਰਸੇ ਬਾਅਦ ਵਾਪਸ ਆਏ। ਕਹਿੰਦੇ ਮਰਦਾਨਿਆਂ ਚੱਲ ਚੱਲੀਏ, ਦੇਖੀਏ ਜੇ ਹੁਣ ਉਹਦੀ ਅਵਸਥਾ ਹੈ, ਮੈਂ ਉਹਦਾ ਰਿਜ਼ਕ ਖਾਧਾ, ਮੈਂ ਉਹਨੂੰ ਮੋਕਸ਼ ਦੇਣਾ ਚਾਹੁੰਦਾ। ਉਸ ਵੇਲੇ ਮੇਰਾ ਮਨ ਪ੍ਰਸੰਨ ਹੋਇਆ ਸੀ। ਜੋ ਵਾਕ ਅਸੀਂ ਕੀਤੇ ਅਸੀਂ ਉਹਨੂੰ ਪੂਰਨ ਕਰਨਾ ਹੈ। ਗਏ, ਉੱਥੇ ਦੇਖਿਆ ਖੂਹ 'ਤੇ ਜਾ ਕੇ ਇੱਕ ਕੁੱਤਾ ਬੰਨ੍ਹਿਆ ਹੋਇਆ, ਉਹ ਭੌਂਕੀ ਜਾਂਦਾ ਹੈ। ਗੁਰੂ ਸਾਹਿਬ ਕੁਛ ਦੇਰ ਉਹਦੇ ਵੱਲ ਦੇਖਦੇ ਹੈ, ਔਰ ਮਰਦਾਨਾ ਜੀ ਪੁੱਛਦੇ ਮਹਾਰਾਜ ਬਲਦ ਕਿੱਥੇ ਹੈ? ਉੱਧਰ ਚੱਲੀਏ। ਕਹਿੰਦੇ ਜਿਹੜਾ ਬਲਦ ਸੀ ਉਹ ਆ ਕੁੱਤੇ ਦੀ ਜੂਨ ਦੇ ਵਿੱਚ, ਸਵਾਨ ਦੀ ਜੂਨੀ ਦੇ ਵਿੱਚ ਪਿਆ ਫਿਰਦਾ ਹੈ। ਦ੍ਰਿਸ਼ਟੀ ਮਾਰੀ, ਆਤਮਾ ਜਾਗਰਤ ਕੀਤੀ ਅਕਾਲ ਰੂਪ ਨੇ, ਦੇਖਿਆ। ਕਹਿੰਦੇ ਹੁਣ ਦੱਸ। ਜਦੋਂ ਉਹਦੀ ਆਤਮਾ ਜਾਗਰਤ ਹੋਈ, ਉਹੀ ਮੋਹ ਸਾਰਾ ਕੁਛ ਦੇਖ ਕੇ ਉਹੀ ਸਭ ਕੁਛ ਚੇਤੇ ਆਇਆ। ਮੂਹਰੇ ਪਰਮਾਤਮਾ ਖੜਾ, ਸਤਿਗੁਰੂ ਨਜ਼ਰ ਨਹੀਂ ਆ ਰਿਹਾ, ਕੋਲੇ ਖੜੇ ਹੈ, ਸਭ ਕੁਛ ਦਿਖਾਈ ਜਾਂਦੇ ਹੈ ਕਿ ਪਹਿਲਾਂ ਤੂੰ ਮਨੁੱਖਾ ਜਨਮ ਦੇ ਵਿੱਚ ਸੀ, ਫੇਰ ਤੂੰ ਬਲਦ ਦੀ ਜੂਨ 'ਚ ਆ ਗਿਆ, ਹੁਣ ਤੂੰ ਕੁੱਤੇ ਦੀ ਜੂਨੀ 'ਚ ਆ ਗਿਆ। ਇਹ ਵੀ ਉਹਨੂੰ ਪਤਾ ਹੈ ਕਿ ਅਕਾਲ ਰੂਪ ਮੇਰੇ ਸਾਹਮਣੇ ਖੜਾ ਹੈ, ਪਰ ਮਨ ਦੇ ਵਿੱਚ ਜਦੋਂ ਸਾਰਾ ਕੁਝ ਜਾਗਰਤ ਕੀਤਾ, ਮੋਹ 'ਚ ਆ ਗਿਆ। ਕਹਿੰਦਾ ਜੀ ਨਹੀਂ, ਠੀਕ ਹੈ ਤੁਸੀਂ ਠੀਕ ਕਹਿ ਰਹੇ ਹੋ, ਪਰ ਹਜੇ ਜੇ ਤੁਸੀਂ ਮੇਰਾ ਆਧਾਰ ਕਰਤਾ,
ਮੇਰੀ ਇੱਥੋਂ ਮੁਕਤੀ ਕਰਤੀ, ਮੇਰਾ ਛੁਟਕਾਰਾ ਕਰਤਾ। ਮੈਂ ਹੁਣ ਇਹਨਾਂ ਦੇ ਘਰ ਦੀ ਰਾਖੀ ਕਰਦਾ, ਸਮਾਨ ਦੀ ਰਾਖੀ ਕਰਦਾ। ਕੋਈ ਚੋਰ ਚੱਕਾ ਆਉਂਦਾ, ਮੈਂ ਉਹਨੂੰ ਭਜਾਉਣਾ। ਇਹ ਤਾਂ ਘਰ ਉਜੜ ਜੂ। ਉਹੀ ਮੋਹ, ਉਹੀ ਅਵਸਥਾ। ਸਤਿਗੁਰੂ ਮੁਸਕਰਾਏ, ਫਿਰ ਚਲੇ ਗਏ। ਕਹਿੰਦੇ ਚੰਗਾ ਭਾਈ, ਕੱਢੂ ਤੇ ਤੈਨੂੰ ਮੈਂ ਜ਼ਰੂਰ, ਪਰ ਤੂੰ ਫਿਰ ਦੇਖ ਲੈ। ਪਰਦਾ ਪਾਤਾ। ਫਿਰ ਸਮਾਂ ਬਤੀਤ ਹੋਇਆ, ਉਹ ਸਰਪਜੂਨੀ 'ਚ ਪਿਆ। ਉਸ ਤੋਂ ਬਾਅਦ ਕੀੜੇ ਦੀ ਜੂਨ 'ਚ ਆ ਗਿਆ, ਗੰਦੀ ਨਾਲੀ ਦੇ ਵਿੱਚ ਉੱਥੇ ਹੀ ਪਿਆ। ਔਰ ਗੁਰੂ ਮਹਾਰਾਜ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਚੱਲ, ਹੁਣ ਇਸ ਵਾਰ ਉਹਦਾ ਛੁਟਕਾਰੇ ਦਾ ਸਮਾਂ ਆ ਗਿਆ। ਗੁਰੂ ਮਹਾਰਾਜ ਗਏ, ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਉਹਨਾਂ ਦੇ ਘਰ ਦੇ ਪਾਸ ਪਹੁੰਚੇ। ਕਹਿੰਦੇ ਉਹ ਜਿਹੜਾ ਨਾਲੀ ਦੇ ਵਿੱਚ ਕੀੜਾ ਹੈ ਉਹਨੂੰ ਬਾਹਰ ਕੱਢ। ਔਰ ਮਰਦਾਨਾ ਐਸੇ ਸੁਭਾਅ ਦੇ ਸੀ, ਕਹਿੰਦੇ ਮਹਾਰਾਜ, ਹੇ ਸਤਿਗੁਰੂ ਨਾਨਕ ਪਾਤਸ਼ਾਹ, ਹੁਣ ਮੇਰੇ ਤੋਂ ਇਹਦੇ 'ਚ ਕਾਹਤੋਂ ਹੱਥ ਪਾਉਂਦੇ ਹੋ? ਉਹ ਹੱਸ ਪਏ, ਕਹਿੰਦੇ ਮਰਦਾਨਿਆ, ਕਿਸੇ ਦਾ ਭਲਾ ਕਰਨਾ ਇੰਨਾ ਸੌਖਾ ਕੰਮ ਨਹੀਂ ਹੈ। ਤਕਲੀਫਾਂ ਤੇ ਝੱਲਣੀਆਂ ਪੈਂਦੀਆਂ ਨੇ। ਜੇ ਭਲਾ ਕਰਨਾ ਹੈ ਫਿਰ ਇਹ ਨਹੀਂ ਦੇਖਣਾ ਕਿ ਤਕਲੀਫ ਹੈ, ਫਿਰ ਬਸ ਭਲਾ ਕਰਨਾ ਹੈ। ਉਹ ਕਹਿੰਦੇ ਤੈਨੂੰ ਲੱਗਦਾ ਮੈਂ ਬਾਰ-ਬਾਰ ਗੇੜਾ ਦੇ ਰਿਹਾ? ਕਿੰਨੀ ਵਾਰੀ ਅਸੀਂ ਆਏ ਹੈ, ਭਲਾ ਕਰਨਾ, ਮੈਂ ਮੇਰਾ ਕਰਮ ਕਰ ਰਿਹਾ। ਮਰਦਾਨੇ ਨੇ ਬਾਹਰ ਕੱਢਿਆ। ਸਤਿਗੁਰੂ ਨੇ ਦ੍ਰਿਸ਼ਟੀ ਮਾਰੀ, ਆਤਮਿਕ ਜਾਗਰਤਾ ਕੀਤੀ। ਕਹਿੰਦੇ ਕਿਉਂ ਬਈ, ਹੁਣ ਦੱਸ। ਜਦੋਂ ਦੇਖਿਆ, ਸਾਰਾ ਅਵਸਥਾ ਦੇਖੀ, ਕਹਿੰਦਾ ਜੀ ਬਸ ਹੁਣ ਮੈਨੂੰ ਛੁਟਕਾਰਾ ਦੇ ਦਿਓ। ਗੁਰੂ ਮਹਾਰਾਜ ਹੱਸ ਪਏ, ਕਹਿੰਦੇ ਇੱਥੋਂ ਤਾਂ ਹੀ ਆਉਣਾ ਸੀ। ਤੈਨੂੰ ਮੈਂ ਉਸ ਵੇਲੇ ਮੋਕਸ਼ ਦਿੰਦਾ ਸੀ ਜਦੋਂ ਤੂੰ ਮਨੁੱਖੇ ਜਨਮ ਦੇ ਵਿੱਚ ਸੀ। ਇੰਨਾ ਲੰਬਾ ਸਮਾਂ ਤੂੰ ਆਪਦੇ ਆਪ ਨੂੰ ਮੋਹ 'ਚ ਫਸ ਕੇ ਇੰਨੀਆਂ ਜੂਨੀਆਂ, ਇੰਨੀ ਪੀੜਾ ਦੇ ਵਿੱਚ ਪਾਇਆ। ਕਹਿੰਦੇ ਚੰਗਾ, ਹੁਣ ਦੁਬਾਰੇ ਮੈਂ ਬਖਸ਼ਿਸ਼ ਕਰਦਾ, ਤੇਰਾ ਛੁਟਕਾਰਾ ਹੋ ਜੂ। ਇਹ ਵਾਕ ਮੇਰੇ ਮੂੰਹੋਂ ਜਦੋਂ ਮੈਂ ਤੇਰਾ ਭੋਜਨ ਛਕਿਆ ਸੀ ਨਿਕਲੇ ਸੀ, ਮੈਂ ਉਹਨਾਂ ਵਾਕਾਂ ਨੂੰ ਪੂਰਨ ਕਰਦਾ। ਮੋਕਸ਼ ਦੀ ਬਖਸ਼ਿਸ਼ ਕੀਤੀ, ਕਿਰਪਾ ਕਰਤੀ। ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਡੀ ਅਵਸਥਾ ਕਿੱਥੇ ਖੜੀ ਹੈ। ਜ਼ਿੰਮੇਵਾਰੀਆਂ ਨਿਭਾਉਣੀਆਂ ਬਹੁਤ ਜ਼ਰੂਰੀ ਹੈ। ਇਹਨਾਂ ਤੋਂ ਭੱਜਣ ਨੂੰ ਗੁਰੂ ਸਾਹਿਬ ਨੇ ਤਿਆਗ ਨਹੀਂ ਆਖਿਆ, ਪਰ ਉਹ ਕਹਿੰਦੇ ਆ ਤਿਆਗ ਕਰਨਾ ਹੈ ਤੇ ਵਿਕਾਰਾਂ ਦਾ ਕਰੋ, ਮੋਹ ਦਾ ਕਰੋ, ਲੋਭ ਦਾ ਕਰੋ, ਇਹ ਸਭ ਵਿਕਾਰਾਂ ਦਾ ਤਿਆਗ ਕਰੋ। ਮੋਹ ਦੇ ਵਿੱਚ ਫਸੇ ਹੋਏ ਅਸੀਂ ਭੁੱਲ ਜਾਂਦੇ ਹਾਂ ਉਸ ਪਰਮਾਤਮਾ ਨੂੰ, ਭੁੱਲ ਜਾਂਦੇ ਹਾਂ ਗੁਰੂ ਨੂੰ, ਗੁਰੂ ਦੇ ਉਪਦੇਸ਼ ਨੂੰ, ਉਹਦੇ ਹੁਕਮ ਨੂੰ, ਉਹਦੇ ਦਿੱਤੇ ਹੋਏ ਸ਼ਬਦ ਨੂੰ। ਬਚਣ ਦੀ ਜ਼ਰੂਰਤ ਹੈ, ਨਹੀਂ ਤਾਂ ਉਸ ਬਜ਼ੁਰਗ ਵਾਲੀ ਅਵਸਥਾ ਸਾਡੀ ਬਣੀ ਜਾਂਦੀ ਹੈ। ਮਨੁੱਖਾ ਜਨਮ 'ਚ ਵੀ ਅਸੀਂ ਬੜੀਆਂ ਤਕਲੀਫਾਂ ਦਾ ਸਾਹਮਣਾ ਕਰਦੇ ਹਾਂ, ਬੜੀ ਮਾਨਸਿਕ ਪੀੜਾ ਦਾ ਸਾਹਮਣਾ ਕਰਦੇ ਹਾਂ, ਮੋਹ ਦੇ ਵਿੱਚ ਫਸ ਕੇ। ਅਨੇਕਾਂ ਐਸੀਆਂ ਪੀੜਾਂ ਹੁੰਦੀਆਂ ਨੇ, ਜੇ ਅਸੀਂ ਮੋਹ ਦੇ ਵਿੱਚ ਨਾ ਹੋਈਏ ਤੇ ਉਹਦਾ ਹੱਲ ਹੋ ਸਕਦਾ ਹੈ। ਆਪਣੇ ਆਪ ਹੀ ਸਾਨੂੰ ਉਹਦੇ ਤੋਂ ਛੁਟਕਾਰਾ ਮਿਲ ਸਕਦਾ ਹੈ। ਉਹ ਤੋਂ ਛੁਟਕਾਰਾ ਪਾਉਣ ਵਾਸਤੇ ਗੁਰੂ ਦੇ ਉਪਦੇਸ਼ ਨੂੰ ਸਮਝਣਾ, ਸਤਸੰਗ 'ਚ ਜਾਣਾ, ਗਿਆਨ ਹਾਸਲ ਕਰਨਾ, ਉਹਨੂੰ ਮਨ 'ਚ ਵਸਾਉਣਾ, ਫਿਰ ਉਹਨੂੰ ਕਰਮ ਦੇ ਵਿੱਚ ਲੈ ਕੇ ਆਉਣਾ ਪੈਂਦਾ, ਫਿਰ ਹੀ ਕਿਰਪਾ ਹੁੰਦੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਆਖਿਆ ਨਾ ਕਿ ਕਰਮ ਕਰ, ਫਲ ਦੀ ਇੱਛਾ ਨਾ ਰੱਖ। ਗੀਤਾ ਦੇ ਵਿੱਚ ਕਰਮण्य ਵਾਦਿਕਾ ਰਸਤੇ ਮਾਂ ਫਲੇਸ਼ੂ ਕਦਾਚਨ ਮਾਂ ਕਰਮ ਫਲੇ ਹੇਤੂ ਭੂਰਮਾ ਤੇ ਸੰਗੋ ਅਸਤਵ ਕਰਮਾਣੀ। ਉਹ ਕਹਿੰਦਾ ਹੈ ਕਿ ਕਰਮ ਕਰ, ਫਲ ਦੀ ਇੱਛਾ ਨਾ ਕਰ। ਇਹਦੇ ਤੋਂ ਭਾਵ ਕੀ ਹੈ ਕਿ ਤੂੰ ਆਪਣੇ ਕਰਮ 'ਤੇ ਫੋਕਸ ਕਰ। ਜਦੋਂ ਅਸੀਂ ਫਲ ਦੀ ਇੱਛਾ ਕਰਦੇ ਹਾਂ, ਅਸੀਂ ਆਪਣਾ ਕਰਮ ਸਹੀ ਤਰੀਕੇ ਨਾਲ ਕਰ ਹੀ ਨਹੀਂ ਸਕਦੇ, ਕਿਉਂਕਿ ਕਿਤੇ ਨਾ ਕਿਤੇ ਉਹਦੇ ਵਿੱਚ ਮੋਹ ਕਹੋ, ਲੋਭ ਕਹੋ, ਕੋਈ ਨਾ ਕੋਈ ਇੱਛਾ ਉਹਦੇ ਪਿੱਛੇ ਪ੍ਰਧਾਨ ਹੋ ਜਾਂਦੀ ਹੈ। ਹੁਣ ਜੇ ਇੱਕ ਕਿਸਾਨ ਫਸਲ ਬੀਜਦਾ ਹੈ ਅਤੇ ਉਹ ਹਮੇਸ਼ਾ ਇੱਕੋ ਹੀ ਚਿੰਤਾ ਚਿੱਤ ਵੀ ਜਾਊਗਾ ਕਿ ਪਤਾ ਨਹੀਂ ਇਹਨੂੰ ਫਲ ਵਧੀਆ ਲੱਗਣਾ ਹੈ ਕਿ ਨਹੀਂ ਲੱਗਣਾ, ਆਹ ਨਾ ਹੋ ਜੇ। ਉਹ ਪੂਰੇ ਫੋਕਸ ਨਾਲ ਆਪਣਾ ਕਰਮ ਨਹੀਂ ਕਰ ਸਕਦਾ। ਔਰ ਕਿਸੇ ਵੀ ਕਿੱਤੇ 'ਚ ਕਹੀਏ, ਜੇ ਅਸੀਂ ਐਂਡ ਰਿਜ਼ਲਟ 'ਤੇ ਬੈਠੇ ਰਹਿੰਦੇ, ਇਹਦਾ ਮਤਲਬ ਇਹ ਹੈ ਕਿ ਸਾਡੇ ਅੰਦਰ ਕੋਈ ਨਾ ਕੋਈ ਮੋਹ ਜਾਂ ਲੋਭ ਬਹੁਤ ਜ਼ਿਆਦਾ ਹੈ। ਉਹ ਸਾਨੂੰ ਬੇਚੈਨ ਕਰੀ ਜਾਂਦਾ, ਬੇਚੈਨ ਕਰੀ ਜਾਂਦਾ, ਮਾਨਸਿਕ ਪੀੜਾ ਵੱਧਦੀ ਹੈ। ਔਰ ਜਦੋਂ ਮਾਨਸਿਕ ਪੀੜਾ ਵੱਧਦੀ ਹੈ,
ਸਾਡੀ ਇਕਾਗਰਤਾ ਭੰਗ ਹੁੰਦੀ ਹੈ, ਅਸੀਂ ਆਪਣੇ ਕਰਮ 'ਤੇ ਧਿਆਨ, ਅਸੀਂ ਉਹਦਾ ਕਿਵੇਂ ਪ੍ਰੋਪਰ ਫਲ ਪ੍ਰਾਪਤ ਕਰਾਂਗੇ। ਪੀੜਾ ਦੇ ਪਿੱਛੇ ਕਾਰਨ ਤਾਂ ਕੋਈ ਨਾ ਕੋਈ ਵਿਕਾਰ ਹੈ, ਉਹਨੂੰ ਸਾਨੂੰ ਤਿਆਗ ਕਰਨਾ ਚਾਹੀਦਾ ਹੈ। ਭਾਵ ਅਰਥਾ ਹੈ ਕਿ ਉਸ ਲੋਭ ਦਾ ਤਿਆਗ ਕਰਦੇ। ਹੁਣ ਉਹ ਬਜ਼ੁਰਗ ਨੇ ਮੋਹ ਦਾ ਤਿਆਗ ਨਹੀਂ ਕੀਤਾ, ਕਰਮ ਤੇ ਕਰ ਰਿਹਾ ਸੀ। ਜਦੋਂ ਵਕਤ ਆਇਆ, ਜਦੋਂ ਸਹੀ ਸਮਾਂ ਆਇਆ, ਉਹਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਰਿਸਪੌਂਸਿਬਿਲਟੀ ਤੋਂ ਮੋਹ ਦੇ ਵਿੱਚ ਇੰਨਾ ਚਲਿਆ ਗਿਆ ਕਿ ਉਹਨੂੰ ਸਮਝ ਹੀ ਨਹੀਂ ਲੱਗੀ ਕਿ ਹੁਣ ਜਿੱਥੇ ਜਾ ਕੇ ਮੈਨੂੰ ਪ੍ਰਭੂ ਪਰਮਾਤਮਾ ਵਾਲੇ ਪਾਸੇ ਚੱਲਣਾ ਚਾਹੀਦਾ, ਉੱਧਰਲੇ ਪਾਸੇ ਨਹੀਂ ਉਹ ਤੁਰਿਆ, ਬਲਕਿ ਦੂਸਰੇ ਪਾਸੇ ਨੂੰ ਹੋ ਗਿਆ। ਔਰ ਕਿੰਨੀ ਪੀੜਾ, ਕਿੰਨੇ ਦੁੱਖਾਂ ਦਾ ਉਹਨੂੰ ਸਾਹਮਣਾ ਕਰਨਾ ਪਿਆ। ਸੋ ਹੇ ਪ੍ਰਭੂ, ਹੇ ਸਿਰਜਣਹਾਰ, ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਰਿਆਂ 'ਤੇ ਕਿਰਪਾ ਕਰਕੇ ਸਾਡੇ ਮਨ ਦੀ ਅਵਸਥਾ ਚੇਂਜ ਹੋਵੇ, ਬਦਲੇ। ਅਸੀਂ ਕਰਮ ਕਰਦੇ ਹੋਏ ਸਦਾ ਤੇਰੇ ਨਾਲ ਜੁੜੇ ਰਹੀਏ, ਤਾਂ ਕਿ ਸਾਡਾ ਜੋ ਜੀਵਨ ਹੈ, ਜਿਹਦਾ ਅਸਲੀ ਪਰਪਸ ਮੋਕਸ਼ ਦੀ ਪ੍ਰਾਪਤੀ ਹੈ, ਮਕਸਦ ਸਾਡਾ ਨਿਸ਼ਾਨਾ ਕਿ ਅਸੀਂ ਮੁਕਤ ਹੋਣਾ ਹੈ, ਇਹ ਜਿਹੜੀ ਸਾਡੀ ਯਾਤਰਾ, ਇਹਨੂੰ ਸੰਪੂਰਨ ਕਰਨਾ ਹੈ, ਅਸੀਂ ਉਹਨੂੰ ਸੰਪੂਰਨ ਕਰ ਜਾਈਏ। ਆਓ ਆਸ਼ੀਰਵਾਦ ਲਈਏ ਗੁਰੂ ਸਾਹਿਬ ਦਾ, ਸ਼ਬਦ ਸਰਵਣ ਕਰੀਏ। ਸ਼ਬਦ ਦੇ ਵਿੱਚ ਗੁਰੂ ਸਾਹਿਬ ਜੋ ਗਿਆਨ ਦਿੰਦੇ ਨੇ, ਕਿਰਪਾ ਕਰਦੇ ਹੈ, ਉਹਨੂੰ ਮਨ 'ਚ ਵਸਾ ਕੇ ਆਪਣੇ ਕਰਮ ਦੇ ਵਿੱਚ ਲੈ ਕੇ ਆਈਏ, ਤਾਂ ਕਿ ਸਾਡਾ ਜੀਵਨ ਸਫਲਾ ਹੋਵੇ। ਮਨ ਚਿਤ ਬਿਰਤੀ ਇਕਾਗਰ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਜੁਨੀ ਸੈਭੰ, ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਇਹੋ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਕਹਿ ਨਾਨਕ ਸਦਾ ਗਾਵਹੁ, ਇਹ ਸੱਚੀ ਬਾਣੀ। ਵਾਹਿਗੁਰੂ ਜੀ। ਤੇਲੰਗ ਮਹੱਲਾ ਚੌਥਾ। ਹਰ ਕੀਆ ਕਥਾ ਕਹਾਣੀਆਂ, ਗੁਰ ਮੀਤ ਸੁਣਾਈਆ। ਆਪ ਕੀ ਫਰਮਾ ਰਹੇ ਹੋ? ਗੁਰੂ ਮਹਾਰਾਜ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਦੀ ਪ੍ਰੀਤ ਸਿੱਖ ਸੰਗਤਾਂ ਨਾਲ ਸਾਂਝੀ ਕਰ ਰਹੇ ਹੈ। ਆਪਣੀ ਜਿਹੜੀ ਤਾਂਘ ਹੈ ਗੁਰੂ ਦੇ ਦਰਸ਼ਨਾਂ ਦੀ, ਜਾਂ ਜੋ ਪ੍ਰੇਮ ਦੀ ਤੜਪ ਹੈ, ਜੋ ਪ੍ਰੇਮ ਹੈ ਗੁਰੂ ਦਾ, ਕਿ ਕਿਵੇਂ ਹੋਣਾ ਚਾਹੀਦਾ ਔਰ ਕੀ ਉਹਦੀ ਅਵਸਥਾ, ਉਹਨੂੰ ਸਾਂਝਾ ਕਰਦੀ ਹੈ। ਕੀ ਫਰਮਾ ਰਹੇ ਹੈ ਕਿ ਮੇਰੇ ਗੁਰੂ ਨੇ ਮੈਨੂੰ ਉਸ ਹਰੀ ਪਰਮਾਤਮਾ ਦੀਆਂ ਕਥਾ ਕਹਾਣੀਆਂ ਸੁਣਾਈਆਂ। ਗੁਰਮੀਤ, ਜੋ ਗੁਰੂ ਮੇਰਾ ਪਿਆਰਾ ਮਿੱਤਰ ਹੈ, ਉਹੀ ਮੇਰਾ ਸੱਚਾ ਮਿੱਤਰ ਹੈ। ਕਿਉਂ? ਭਾਵ ਅਰਥ ਕੀ ਹੈ ਕਿ ਉਹਨੇ ਮੈਨੂੰ ਪਰਮਾਤਮਾ ਦੇ ਨਾਲ ਜੋੜਿਆ, ਉਹਨੇ ਮੈਨੂੰ ਉਸ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀਆਂ ਕਥਾਵਾਂ, ਉਹਦਾ ਗਿਆਨ ਬਖਸ਼ਿਸ਼ ਕੀਤਾ ਜੀ। ਬਲਿਹਾਰੀ ਗੁਰ ਆਪਣੇ, ਗੁਰ ਕੋ ਬਲ ਜਾਈਆ। ਮੈਂ ਆਪਣੇ ਐਸੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਬਾਰ-ਬਾਰ ਸਦਕੇ ਜਾਂਦਾ ਹਾਂ, ਐਸੇ ਗੁਰੂ ਮਿੱਤਰ ਤੋਂ, ਕਿਉਂਕਿ ਉਹਨੇ ਮੈਨੂੰ ਪਰਮਾਤਮਾ ਦੇ ਨਾਲ ਜੋੜਿਆ ਹੈ, ਉਹਨੇ ਮੈਨੂੰ ਪ੍ਰਭੂ ਦਾ ਮਿਲਾਪ ਕਰਾਇਆ ਹੈ ਜੀ। ਆਏ ਮਿਲ ਗੁਰ ਸਿੱਖ, ਆਏ ਮਿਲ ਤੂੰ ਮੇਰੇ, ਗੁਰੂ ਕੇ ਪਿਆਰੇ ਰਹਾਉ। ਇੱਥੇ ਕੀ ਫਰਮਾ ਰਹੇ ਹਨ? ਠਹਿਰਾਓ ਤੇ, ਹੇ ਮੇਰੇ ਗੁਰੂ ਦੇ ਪਿਆਰੇ, ਹੇ ਗੁਰਸਿੱਖ, ਤੂੰ ਮੈਨੂੰ ਆ ਕੇ ਮਿਲਣਾ ਕਰ, ਆ ਕੇ ਮਿਲ ਮੈਨੂੰ। ਕਿਉਂ ਮਿਲਣਾ ਚਾਹੁੰਦੇ ਹੈ? ਕਿ ਭਾਈ ਜਦੋਂ ਗੁਰੂ ਦਾ ਪਿਆਰਾ, ਜੋ ਮੇਰੇ ਗੁਰੂ ਦਾ ਪ੍ਰੇਮ ਕਰਦਾ ਹੈ, ਜਿਹਦੇ ਹਿਰਦੇ 'ਚ ਮੇਰਾ ਗੁਰੂ ਵਸਦਾ ਹੈ, ਜਦੋਂ ਆ ਕੇ ਮਿਲੂਗਾ, ਫਿਰ ਮੇਰੇ ਗੁਰੂ ਦੀਆਂ ਗੱਲਾਂ ਹੋਣਗੀਆਂ, ਗੁਰੂ ਦੀ ਉਸਤਤ ਹੋਊਗੀ, ਗੁਰੂ ਦਾ ਪ੍ਰੇਮ ਉਸ ਵੇਲੇ ਉੱਥੇ ਪ੍ਰਗਟ ਹੋਊਗਾ। ਇਸ ਕਰਕੇ ਆਪ ਕੀ ਫਰਮਾ ਰਹੇ ਹੋ ਕਿ ਹੇ ਮੇਰੇ ਗੁਰੂ ਦੇ ਪਿਆਰੇ, ਹੇ ਗੁਰਸਿੱਖ, ਤੂੰ ਆ ਕੇ ਮੈਨੂੰ ਮਿਲ ਜੀ।
ਹਰ ਕੇ ਗੁਣ ਹਰ ਭਾਵ ਦੇ, ਸੇ ਗੁਰੂ ਤੇ ਪਾਏ। ਕੀ ਫਰਮਾ ਰਹੇ ਹੋ ਆਪ ਕਿ ਉਸ ਹਰੀ ਪਰਮੇਸ਼ਵਰ ਪਰਮਾਤਮਾ ਨੂੰ ਉਹਦੇ ਗੁਣ ਪਾਉਂਦੇ ਹਨ, ਹਰੀ ਨੂੰ ਹਰੀ ਦੇ ਗੁਣ ਪਾਉਂਦੇ ਹਨ। ਔਰ ਉਹ ਮੈਂ ਕਿੱਥੋਂ ਪ੍ਰਾਪਤ ਕੀਤੇ? ਗੁਰੂ ਤੋਂ ਪਾਏ, ਗੁਰੂ ਤੋਂ ਪ੍ਰਾਪਤ ਕੀਤੇ ਹਨ। ਜੋ ਪਰਮਾਤਮਾ ਦੀ ਉਸਤਤ ਹੈ, ਜੋ ਆਪਾਂ ਗੁਰੂ ਸਾਹਿਬ ਦੇ ਵਿੱਚ ਸਰਵਣ ਕਰਦੇ ਹਾਂ ਜਾਂ ਦੁਨੀਆ ਦੇ ਤਮਾਮ ਹੋਰ ਪੈਗੰਬਰਾਂ ਨੇ ਜਾਂ ਧਾਰਮਿਕ ਗ੍ਰੰਥਾਂ 'ਚ ਲਿਖਿਆ ਜਾਂਦਾ, ਉਹ ਪਰਮਾਤਮਾ ਦੇ ਗੁਣਾਂ ਦਾ ਹੀ ਵਰਣਨ ਹੈ। ਬੇਅੰਤ ਗੁਣ ਨੇ। ਹਰ ਇੱਕ ਅਵਤਾਰੀ ਪੁਰਸ਼ ਨੇ ਇਹੀ ਆਖਿਆ ਕਿ ਉਹ ਅਕਥ ਹੈ, ਕਥਨੀ ਤੋਂ ਪਰੇ ਹੈ। ਗੁਰੂ ਮਹਾਰਾਜ ਫਰਮਾ ਰਹੇ ਹੈ ਕਿ ਹਰੀ ਨੂੰ ਉਹਦੇ ਗੁਣ ਪਾਉਂਦੇ ਆ ਔਰ ਉਹ ਮੈਂ ਗੁਰੂ ਤੋਂ ਪ੍ਰਾਪਤ ਕੀਤੇ ਹੈ। ਮੇਰੇ ਗੁਰੂ ਨੇ ਮੈਨੂੰ ਪਰਮਾਤਮਾ ਦੀ ਸਮਝ ਦਿੱਤੀ ਹੈ, ਸੋਝੀ ਦਿੱਤੀ ਹੈ, ਜਿਸ ਕਰਕੇ ਮੈਂ ਉਹਦੀ ਪ੍ਰਾਪਤੀ ਕਰ ਰਿਹਾ। ਇਹ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤਾ ਹੈ ਜੀ। ਜਿਨ ਗੁਰ ਕਾ ਭਾਣਾ ਮੰਨਿਆ, ਤਿਨ ਘੁਮ ਘੁਮ ਜਾਏ। ਉਹ ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਭਾਣਾ, ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਿਆ, ਆਪ ਫਰਮਾ ਰਹੇ ਹੋ ਮੈਂ ਉਹਨਾਂ ਤੋਂ ਸਦਕੇ ਜਾਂਦਾ ਹੈ। ਵਡਭਾਗੀ ਹੈ, ਵੱਡੇ ਭਾਗ ਜਾਗਰਤ ਹੁੰਦੇ ਹੈ ਜਦੋਂ ਕਿਸੇ ਜੀਵ ਦੇ ਅੰਦਰ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਸਮਰੱਥਾ ਆ ਜਾਂਦੀ ਹੈ, ਉਹਨੂੰ ਵਡਭਾਗੀ ਆਖਿਆ ਜਾਂਦਾ ਹੈ। ਉਹ ਕਹਿੰਦੇ ਐਸੇ ਵਡਭਾਗੀ ਤੋਂ ਮੈਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ ਐਸੇ ਵਡਭਾਗੀ ਤੋਂ ਜਿਹਨੂੰ ਗੁਰੂ ਦਾ ਹੁਕਮ ਮਿੱਠਾ ਕਰਕੇ ਮੰਨਣ ਦੀ ਸਮਰੱਥਾ ਜਿਹਨੂੰ ਆ ਗਈ ਹੈ, ਜਿਹਦੇ ਅੰਦਰ ਇਹ ਬਖਸ਼ਿਸ਼ ਹੋ ਗਈ ਹੈ ਜੀ। ਜਿਨ ਸਤਿਗੁਰ ਪਿਆਰਾ ਦੇਖਿਆ, ਤਿਨ ਕੋ ਹੋ ਵਾਰੀ। ਉਹ ਕਹਿੰਦੇ ਜਿਨ੍ਹਾਂ ਨੇ ਪਿਆਰੇ ਮੇਰੇ ਸਤਿਗੁਰ ਦੇ ਦਰਸ਼ਨ ਕੀਤੇ ਹੈ, ਆਪ ਫਰਮਾ ਰਹੇ ਹੋ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹੈ। ਕਿਉਂ? ਕਿੰਨੇ ਆਪਣੇ ਮਨ ਦੀ ਉਸ ਖੁਸ਼ੀ ਨੂੰ, ਉਸ ਪ੍ਰੇਮ ਨੂੰ ਜ਼ਾਹਰ ਕਰ ਰਹੇ ਹੈ ਕਿ ਜਿਨ੍ਹਾਂ ਨੇ ਮੇਰੇ ਗੁਰੂ ਦੇ ਦਰਸ਼ਨ ਕਰ ਲਏ, ਮੈਂ ਤੇ ਉਹਨਾਂ ਤੋਂ ਵੀ ਬਲਿਹਾਰ ਜਾਂਦਾ। ਕਿੱਡੀ ਉੱਚਤਾ ਦੱਸ ਰਿਹਾ ਕਿ ਜੇ ਤੁਸੀਂ ਪ੍ਰਭੂ ਉਸ ਗੁਰੂ ਪਰਮਾਤਮਾ ਦੇ ਦਰਸ਼ਨ ਕਰਦੇ ਹੋ, ਕਿੰਨਾ ਵੱਡਾ ਹੈ ਉਹਦੀ ਬਖਸ਼ਿਸ਼ ਦਾ ਇਹ ਨਜ਼ਾਰਾ, ਕਿੰਨੀ ਵੱਡੀ ਕਿਰਪਾ ਹੈ ਜੀ। ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਦ ਬਲਿਹਾਰੀ। ਜਿਨ੍ਹਾਂ ਨੇ ਗੁਰੂ ਦੀ ਚਾਕਰੀ ਕੀਤੀ ਹੈ, ਮੈਂ ਉਹਨਾਂ ਤੋਂ ਬਲਿਹਾਰੀ ਜਾਂਦਾ ਹਾਂ, ਸਦਕੇ ਜਾਂਦਾ। ਆਪ ਇਹ ਫਰਮਾ ਰਹੇ ਹੋ ਕਿ ਜਿਨ੍ਹਾਂ ਨੇ ਗੁਰੂ ਦੀ ਸੇਵਾ ਨੂੰ, ਗੁਰੂ ਦੀ ਦੱਸੀ ਹੋਈ ਸੇਵਾ ਨੂੰ ਕਮਾ ਲਿਆ। ਇਹ ਮਨ ਐਸਾ ਹੈ ਕਿ ਜੇ ਸਾਨੂੰ ਕੋਈ ਉਪਦੇਸ਼ ਗੁਰੂ ਤੋਂ ਸੇਵਾ ਮਿਲਦੀ ਵੀ ਹੈ, ਸਾਡੇ ਤੋਂ ਪੂਰਾ ਉਤਰਿਆ ਨਹੀਂ ਜਾਂਦਾ। ਉਹ ਕਹਿੰਦੇ ਐਸੇ ਵਡਭਾਗੀ ਜਿਨ੍ਹਾਂ ਨੇ ਗੁਰੂ ਦੀ ਦੱਸੀ ਹੋਈ ਸੇਵਾ ਨੂੰ ਕਮਾ ਲਿਆ, ਮੈਂ ਉਹਨਾਂ ਤੋਂ ਵੀ ਬਲਿਹਾਰ ਜਾਂਦਾ। ਐਸੀ ਕਿਰਪਾ ਹੈ, ਐਸੀ ਬਖਸ਼ਿਸ਼ ਹੈ, ਧੰਨ ਹਨ ਉਹ ਜਿਨ੍ਹਾਂ ਨੇ ਉਹਨੂੰ ਕਮਾ ਲਿਆ ਜੀ। ਹਰ ਹਰ ਤੇਰਾ ਨਾਮ ਹੈ, ਦੁਖ ਮੇਟਣ ਹਾਰਾ। ਹੇ ਪਰਮਾਤਮਾ, ਹੇ ਹਰੀ ਪਰਮੇਸ਼ਵਰ, ਅਕਾਲ ਪੁਰਖ ਵਾਹਿਗੁਰੂ, ਜੋ ਤੇਰਾ ਨਾਮ ਹੈ ਇਹ ਸਾਰੇ ਹੀ ਦੁੱਖਾਂ ਨੂੰ ਮੇਟਣ ਵਾਲਾ ਹੈ, ਸਰਵ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਕਿਸੇ ਪ੍ਰਕਾਰ ਦਾ ਵੀ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਜੀ। ਗੁਰ ਸੇਵਾ ਤੇ ਪਾਈਐ, ਗੁਰਮੁਖ ਨਿਸਤਾਰਾ। ਆਪ ਕੀ ਫਰਮਾ ਰਹੇ ਹੋ? ਮੈਂ ਪ੍ਰਾਪਤ ਕਿੱਥੋਂ ਕੀਤਾ? ਗੁਰੂ ਦੀ ਸੇਵਾ ਕਰਕੇ ਮੈਂ ਇਹਦੀ ਪ੍ਰਾਪਤੀ ਕੀਤੀ ਹੈ। ਔਰ ਗੁਰੂ ਦੇ ਸਨਮੁਖ ਰਹਿ ਕੇ ਜੀਵ ਦਾ ਨਿਸਤਾਰਾ ਹੋ ਜਾਂਦਾ, ਮੁਕਤ ਹੋ ਜਾਂਦਾ ਹੈ, ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਜੋ ਪਰਮਾਤਮਾ ਦਾ ਨਾਮ ਸਾਰੇ ਹੀ ਦੁੱਖਾਂ ਨੂੰ ਮੇਟਣ ਵਾਲਾ ਹੈ, ਸਰਬ ਪ੍ਰਕਾਰ ਦੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਉਹ ਕਹਿੰਦੇ ਇਹ ਮੈਂ ਉਸ ਹਰੀ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਗੁਰੂ ਦੀ ਸੇਵਾ ਤੋਂ ਪ੍ਰਾਪਤ ਕੀਤਾ ਹੈ। ਗੁਰੂ ਦੇ ਸਨਮੁਖ ਰਹਿ ਕੇ, ਸ਼ਰਨ ਰਹਿ ਕੇ ਮੋਕਸ਼ ਦੀ ਪ੍ਰਾਪਤੀ, ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਜੀ। ਜੋ ਹਰ ਨਾਮ ਧਿਆਏ ਦੇ, ਤੇ ਜਨ ਪਰਵਾਨਾ। ਜੋ ਉਸ ਹਰੀ ਪਰਮੇਸ਼ਵਰ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਂਦੇ ਹੈ, ਉਹ ਉਹਦੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੇ ਨੇ, ਉਹਦੀ ਨਜ਼ਰ ਦੇ ਵਿੱਚ ਪ੍ਰਵਾਨ ਹੁੰਦੇ ਹੈ।
ਜੋ ਸੱਚੇ ਮਨੋਂ ਸਵਾਸ ਸਵਾਸ ਉਹਨੂੰ ਯਾਦ ਰੱਖਦਾ ਹੈ, ਉਹ ਉਸ ਪ੍ਰਭੂ ਪਰਮੇਸ਼ਵਰ ਹਰੀ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦੇ ਆਪ ਫਰਮਾ ਰਹੇ ਹੋ। ਸੋ ਜ਼ਰੂਰੀ ਹੈ ਕਿ ਉਹਦਾ ਨਾਮ ਜੋ ਸ਼ਬਦ ਹੈ ਉਹਦਾ ਅਭਿਆਸ ਕਰਨਾ, ਪ੍ਰਭੂ ਦੇ ਨਾਮ ਦਾ। ਅਨੇਕਾਂ ਤਰ੍ਹਾਂ ਦੇ ਨਾਲ ਦੁਨੀਆ 'ਚ ਪ੍ਰਭੂ ਦੇ ਨਾਮ ਦਾ ਅਭਿਆਸ ਹੁੰਦਾ, ਕੋਈ ਜਿਵੇਂ ਕਰ ਰਿਹਾ ਹੈ, ਪਰ ਕਰਨਾ ਚਾਹੀਦਾ। ਜ਼ਰੂਰਤ ਇਹ ਹੈ ਕਿ ਉਹਨੂੰ ਸਵਾਸ ਸਵਾਸ ਯਾਦ ਰੱਖੋ, ਅਭਿਆਸ ਕਰੋ, ਉਹਦਾ ਸਿਮਰਨ ਕਰੋ। ਇਸੇ ਨੇ ਸਾਨੂੰ ਉਹਦੀ ਦਰਗਾਹ ਦੇ ਵਿੱਚ ਪ੍ਰਵਾਨ ਚੜਾਉਣਾ ਹੈ ਜੀ। ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ। ਗੁਰੂ ਨਾਨਕ ਜੀ ਫਰਮਾ ਰਹੇ ਹਨ ਕਿ ਉਹਨਾਂ ਤੋਂ, ਵਿਟਹੂ ਤੋਂ, ਉਹਨਾਂ ਤੋਂ ਮੈਂ ਸਦਾ ਸਦਾ ਕੁਰਬਾਨ ਜਾਂਦਾ ਹਾਂ। ਕਿੰਨਾ ਤੋਂ ਕੁਰਬਾਨ ਜਾਂਦੇ ਹੈ? ਜਿਹੜੇ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਏ। ਪ੍ਰਵਾਨ ਕਿਵੇਂ ਹੋਏ? ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰਕੇ ਸ਼ਬਦ ਦੀ ਪ੍ਰਾਪਤੀ ਕੀਤੀ, ਉਹਦੀ ਸ਼ਰਨ ਰਹਿ ਕੇ ਮੋਕਸ਼ ਦੀ ਭਵਸਾਗਰ ਨੂੰ ਪਾਰ ਕਰ ਗਏ। ਐਸੀ ਕਿਰਪਾ ਉਹਨਾਂ 'ਤੇ ਹੁੰਦੀ ਹੈ। ਕਿੰਨਾ 'ਤੇ? ਜਿਨ੍ਹਾਂ ਨੇ ਗੁਰੂ ਦੀ ਸੇਵਾ ਦੇ ਵਿੱਚ ਰਹਿ ਕੇ ਪ੍ਰਾਪਤੀ ਕਰਕੇ ਉਹਨੂੰ ਸਿਮਰਿਆ। ਜੋ ਸਿਮਰਦਾ ਉਹ ਦਰਗਾਹ ਪ੍ਰਵਾਨ ਹੋ ਜਾਂਦਾ ਹੈ। ਸੋ ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ। ਅਵਸਥਾ ਇਹੀ ਅਰਦਾਸ ਹੈ ਕਿ ਪ੍ਰਭੂ ਆਉਣ ਵਾਲੇ ਸਾਲ ਦੇ ਵਿੱਚ, ਇਸ ਸਮੇਂ ਦੇ ਵਿੱਚ ਸਦਾ ਹੀ ਅਸੀਂ ਮੰਗਦੇ ਹਾਂ ਜੀਵਨ ਦੇ ਵਿੱਚ ਹੀ, ਕਿ ਉਹ ਮਿਲੇ ਜੋ ਗੁਰੂ ਦਾ ਜਸ ਕਰੇ, ਉਹ ਮਿਲੇ ਜਿਹਨੇ ਤੇਰੀ ਪ੍ਰਾਪਤੀ ਕੀਤੀ ਹੈ। ਸਦਾ ਤੇਰਾ ਨਾਮ 'ਤੇ ਆਉਂਦੇ ਰਹੀਏ, ਸਦਾ ਗੁਰੂ ਦੇ ਉਪਦੇਸ਼ 'ਤੇ, ਉਹਦੀ ਦਿੱਤੀ ਹੋਈ ਸੇਵਾ, ਉਹਦੇ ਦਿੱਤੇ ਹੋਏ ਨਾਮ 'ਤੇ ਅਸੀਂ ਅਮਲ ਕਰਕੇ, ਉਹਨੂੰ ਸਿਮਰ ਕੇ, ਉਹਨੂੰ ਕਮਾ ਕੇ ਸੇਵਾ ਨੂੰ, ਉਸ ਘਾਲਣਾ ਨੂੰ ਤੇਰੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਈਏ। ਇਹੀ ਸਾਡੀ ਮੰਗ ਹੈ। ਐਸੀ ਕਿਰਪਾ ਸਾਡੇ 'ਤੇ ਰੱਖੀ। ਅਸੀਂ ਦੁਨਿਆਵੀ ਜੀਵ ਹੈ, ਸੰਸਾਰ ਦੇ ਵਿੱਚ ਰਹਿ ਰਹੇ ਹਾਂ, ਮੋਹ ਮਾਇਆ ਦਾ ਜਾਲ ਸਾਡੇ ਆਲੇ ਦੁਆਲੇ ਹੈ। ਕਿਰਪਾ ਕਰੀਏ ਤੋਂ ਬਚਾ ਕੇ ਸਾਨੂੰ, ਤੂੰ ਬਾਰ-ਬਾਰ ਸਾਨੂੰ ਮੌਕੇ ਦਿੰਦਾ ਹੈ, ਅਸੀਂ ਉਹਨਾਂ ਮੌਕਿਆਂ ਦਾ ਲਾਹਾ ਲੈ ਸਕੀਏ, ਕਿਤੇ ਉਸ ਬਜ਼ੁਰਗ ਵਾਂਗੂ ਖੁੰਝ ਨਾ ਜਾਈਏ। ਐਸੀ ਕਿਰਪਾ ਉਹ ਕਰੇ, ਕਿਉਂਕਿ ਜ਼ਰੂਰੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੋ ਪ੍ਰੇਮ ਕਰਦੇ ਆ ਉਹ ਪ੍ਰਭੂ ਦੀ ਪ੍ਰਾਪਤੀ ਕਰ ਲੈਂਦੇ। ਸੋ ਆਪਣਾ ਪ੍ਰੇਮ ਦੇ। ਕਈ ਵਾਰੀ ਅਸੀਂ ਜ਼ਿੱਦ 'ਚ ਪੈ ਜਾਂਦੇ ਹਾਂ, ਕਈ ਵਾਰੀ ਪ੍ਰੇਮ ਹੁੰਦਾ ਪਰ ਨਾਲ ਜ਼ਿੱਦ ਕਰਨ ਲੱਗ ਜਾਂਦੇ ਹਾਂ, ਉਹ ਤੋਂ ਵੀ ਬਚਣਾ ਚਾਹੀਦਾ। ਇਹ ਵੀ ਬੜਾ ਜ਼ਰੂਰੀ ਹੈ। ਵੱਡੇ ਮਹਾਰਾਜ ਪਰਮ ਸੰਤ ਮਹਾਰਾਜ ਰਾਮ ਸਿੰਘ ਜੀ ਨੇ ਇੱਕ ਵਾਰੀ ਸੇਵਾਦਾਰਾਂ ਦੇ ਵਿੱਚ ਬੈਠੇ ਹੋਏ ਹਜ਼ਰਤ ਅਬਦੁਲ ਕਾਦਰ ਜ਼ਿਲਾਨੀ, ਜਿਨ੍ਹਾਂ ਨੂੰ 11ਵੀਂ ਵਾਲੇ ਵੀ ਆਖਿਆ ਜਾਂਦਾ ਹੈ, ਜੋ ਬਗਦਾਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਕਈ ਸੌ ਸਾਲ ਪਹਿਲਾਂ ਹੋਏ ਹੈ, ਉਹਨਾਂ ਦੀ ਇੱਕ ਕਥਾ ਸੁਣਾਉਂਦੇ ਹੋਏ ਆਖਿਆ ਕਿ ਜਦੋਂ ਅਬਦੁਲ ਕਾਦਰ ਨੌਜਵਾਨ ਸੀ, ਜੋਬਨ ਅਵਸਥਾ ਦੇ ਵਿੱਚ ਸੀ, ਪੈਦਾਇਸ਼ੀ ਇਹਨਾਂ ਨੂੰ ਇਲਮ ਸੀ ਅੱਲਾਹ ਤਾਲਾ ਦਾ, ਮਨ ਦੇ ਵਿੱਚ ਬੜੀ ਖਿੱਚ ਹੁੰਦੀ ਸੀ ਪ੍ਰਭੂ ਪਰਮਾਤਮਾ ਦੇ ਧਿਆਨ 'ਚ ਰਹਿਣਾ। ਬਗਦਾਦ ਸ਼ਰੀਫ ਦੇ ਵਿੱਚ ਉਹਨਾਂ ਨੇ ਉਹਦੀ ਬੰਦਗੀ ਕਰਦੇ ਰਹਿਣਾ, ਕਿਤੇ ਜੰਗਲਾਂ 'ਚ ਚਲੇ ਜਾਣਾ, ਕਦੇ ਕਿਤੇ ਚਲੇ ਜਾਣਾ। 25 ਸਾਲ ਤਪ ਕੀਤਾ। 25 ਸਾਲ। ਅੱਜ ਕੱਲ੍ਹ ਮੇਰੇ ਵਰਗਾ 25 ਮਿੰਟ ਕਰਕੇ ਕਾਹਲ ਕਰਨ ਲੱਗ ਜਾਂਦਾ ਕਿ ਛੇਤੀ ਮੈਨੂੰ ਪ੍ਰਾਪਤੀ ਹੋ ਜਾਵੇ। ਉਹਨਾਂ ਦੀ ਇੱਕ ਬੜੀ ਸੋਹਣੀ ਉਹਨਾਂ ਨੇ ਗੱਲ ਕਹੀ ਕਿ ਕਈ ਵਾਰੀ ਅਸੀਂ ਕੋਸ਼ਿਸ਼ ਕਰਦੇ ਹਾਂ ਮੈਨੂੰ ਛੇਤੀ ਮਿਲ ਜੇ, ਕਾਹਲੀ ਹੋ ਜੇ, ਉਸ ਗੱਲ 'ਚ ਅਸੀਂ ਜ਼ਿੱਦ 'ਚ ਪੈ ਜਾਂਦੇ ਹਾਂ। ਅਬਦੁਲ ਕਾਦਰ ਦੇ ਮਨ ਸੀ ਕਿ ਰੱਬ ਮੈਨੂੰ ਛੇਤੀ, ਅੱਲਾਹ ਤਾਲਾ ਮੈਨੂੰ ਦਰਸ਼ਨ ਦੇਵੇ। ਬੰਦਗੀ ਬਹੁਤ ਕਰਦੇ ਸੀ। ਉਹਨਾਂ ਨੇ ਪ੍ਰਣ ਕਰ ਲਿਆ ਕਿ ਹੁਣ ਮੈਂ 40 ਦਿਨ ਰੋਜ਼ਾ ਰੱਖਣਾ ਹੈ, ਚਾਹੇ ਮੇਰੇ ਸਰੀਰ ਦਾ ਤਿਆਗਨ ਹੋ ਜੇ ਪਰਮਾਤਮਾ ਮੈਨੂੰ ਦਰਸ਼ਨ ਨਹੀਂ ਦਿੰਦਾ ਫਿਰ ਕੀ ਫਾਇਦਾ। ਜਿੱਤ ਧਾਰਨ ਕਰ ਲਈ, ਰੋਜ਼ਾ ਸ਼ੁਰੂ ਕਰਤਾ। 10 ਦਿਨ, 15 ਦਿਨ, 20 ਦਿਨ ਜਦੋਂ ਬਤੀਤ ਹੋਏ, ਹੁਣ ਭੁੱਖ ਨਾਲ ਵਿਆਕੁਲਤਾ ਆਉਣੀ ਸੀ। ਸਰੀਰ ਤਾਂ ਸਰੀਰ ਹੈ, ਚਾਹੇ ਉਹ ਕਿਸੇ ਰੱਬੀ ਰੂਹ ਦਾ ਸਰੀਰ ਹੈ, ਚਾਹੇ ਕਿਸੇ ਸਧਾਰਨ ਦਾ ਸਰੀਰ ਹੈ, ਸਰੀਰ ਤਾਂ ਸਰੀਰ ਹੈ। ਬੇਚੈਨੀ, ਵਿਆਕੁਲਤਾ, ਕਮਜ਼ੋਰੀ ਆਈ। ਉੱਧਰੋਂ ਪਰਮਾਤਮਾ ਨੇ ਸੋਚਿਆ ਕਿ ਇਹਨੂੰ ਮੈਂ ਦੱਸਣਾ ਚਾਹੁੰਦਾ ਕਿ ਹੌਲੀ ਪ੍ਰੇਮ ਦੇ ਨਾਲ, ਮੈਂ ਜਿੱਦ ਨਾਲ ਨਹੀਂ ਮਿਲਦਾ,
ਮੈਂ ਪ੍ਰੇਮ ਨਾਲ ਪ੍ਰਾਪਤ ਹੁੰਨਾ। ਨੌਜਵਾਨ ਹੈ, ਕਾਹਲੀ ਹੈ ਮਨ 'ਚ ਮੇਰੀ ਪ੍ਰਾਪਤੀ ਦੀ, ਮਨਸ਼ਾ ਸਹੀ ਹੈ ਪਰ ਤਰੀਕਾ ਕਿਤੇ ਨਾ ਕਿਤੇ ਫਰਕ ਕਰ ਗਿਆ। ਜਦੋਂ 30-32 ਦਿਨ ਗੁਜ਼ਰੇ, ਉਹਨੇ ਆਪਣਾ ਫਰਿਸ਼ਤਾ ਭੇਜਤਾ ਖਿਜ਼ਰ। ਜਿੱਥੇ ਇਹ ਬਾਹਰ ਬੀਆਬਾਨ 'ਚ ਬੈਠੇ ਸੀ, ਉੱਥੇ ਸਾਹਮਣੇ ਜਾ ਕੇ ਉਹ ਇੱਕ ਰਾਹੀ ਪਾਂਧੀ ਦੀ ਤਰ੍ਹਾਂ ਲੰਘਦਾ ਉੱਥੇ ਬਹਿ ਕੇ ਉਹਨੇ ਕਈ ਪ੍ਰਕਾਰ ਆਪਣੀ ਇੱਕ ਪੋਟਲੀ ਕੱਢੀ। ਅੱਜ ਕੱਲ੍ਹ ਜਿਵੇਂ ਆਪਾਂ ਲੰਚ ਬਾਕਸ ਕਹਿ ਲਓ, ਕੋਈ ਚੀਜ਼ ਕਹਿ ਲਓ, ਉਹਦੇ ਵਿੱਚੋਂ ਉਹਨੇ ਬਹੁਤ ਸੋਹਣਾ ਭੋਜਨ ਕਹਿ ਲਓ, ਛਕਣ ਵਾਲਾ ਕੁਛ ਮਿੱਠਾ ਹਲਵਾ ਕਹਿ ਲਓ, ਸਾਰਾ ਕੁਛ ਉਹ ਸਾਹਮਣੇ ਰੱਖਿਆ। ਹਜ਼ਰਤ ਅਬਦੁਲ ਕਾਦਰ ਵੱਡੇ ਮਹਾਰਾਜ ਦੱਸਦੇ ਆ ਕਿ ਆਪਣੀ ਜੀਵਨੀ 'ਚ ਜ਼ਿਕਰ ਕਰਦੇ ਆ ਕਿ ਜਦੋਂ ਉਹ ਬੁਰਕੀਆਂ ਖਾ ਰਿਹਾ ਸੀ, ਉਹਦੀ ਹਰ ਬੁਰਕੀ ਦੇ ਨਾਲ ਮੇਰਾ ਮੂੰਹ ਖੁੱਲ੍ਹ ਜਾਂਦਾ ਸੀ। ਮਨ ਮੇਰੇ ਕਾਬੂ ਤੋਂ ਬਾਹਰ ਹੋ ਗਿਆ। ਕਹਿੰਦੇ ਅਖੀਰ ਮੈਂ ਆਪਣੇ ਆਪ ਨੂੰ ਲਾਹਨਤ ਪਾਈ ਕਿ ਨਹੀਂ ਅਬਦੁਲ ਕਾਦਰ, ਹੁਣ ਜੇ ਅੜੇ ਹੀ ਹੈ ਤੇ ਫਿਰ ਇਸ ਗੱਲ ਨੂੰ ਕਰ। ਕਹਿੰਦੇ ਮੈਂ ਸ਼ਰਮਸਾਰ ਹੋਏ ਨੇ ਜਦੋਂ ਨੀਵੀਂ ਪਾਈ, ਅੱਲਾਹ ਤਾਲਾ ਨੂੰ ਯਾਦ ਕੀਤਾ ਕਿ ਹੁਣ ਤੂੰ ਹੀ ਹੈ। ਮੈਂ ਤੇ ਆਪਣੀ ਜ਼ਿੱਦ ਕਰ ਲਈ ਸੀ, ਹੁਣ ਇੱਥੇ ਮੈਨੂੰ ਤਾਕਤ ਦੇ, ਮੇਰੀ ਲਾਜ ਰੱਖ, ਮੇਰੇ ਮਨ 'ਚ ਵੀ ਨਾ ਆਵੇ। ਮਨ 'ਚ ਆ ਗਿਆ ਤੇ ਬਾਰ-ਬਾਰ ਮੇਰਾ ਮੂੰਹ ਖੁੱਲ੍ਹ ਰਿਹਾ ਹੈ, ਮੇਰੀ ਬਿਰਤੀ ਟੁੱਟ ਰਹੀ ਹੈ। ਉਹ ਕਹਿੰਦੇ ਇੰਨੇ ਨੂੰ ਉਹ ਫਰਿਸ਼ਤਾ ਉੱਠ ਕੇ ਮੇਰੇ ਕੋਲ ਆਇਆ, ਫਰਿਸ਼ਤੇ ਦੇ ਰੂਪ 'ਚ ਹੋ ਕੇ ਕਹਿੰਦਾ ਅਬਦੁਲ ਕਾਦਰ, ਅੱਲਾਹ ਤਾਲਾ ਨੇ ਮੈਨੂੰ ਭੇਜਿਆ ਸੀ। ਜ਼ਿੱਦ ਨਾਲ ਅੱਲਾਹ ਤਾਲਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਾਹਲੀ ਨਾ ਕਰ। ਤੂੰ ਪ੍ਰੇਮ ਕਰਦਾ ਹੈ, ਆਪਣੇ ਪ੍ਰੇਮ 'ਤੇ ਵਿਸ਼ਵਾਸ ਰੱਖ। ਤੈਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਕਿ ਉਹ ਤੈਨੂੰ ਮਿਲੂਗਾ। ਉਹ ਵਿਸ਼ਵਾਸ ਦੇ ਨਾਲ, ਪ੍ਰੇਮ ਦੇ ਨਾਲ ਪ੍ਰਾਪਤ ਹੋ ਸਕਦਾ। ਉਹ ਕਹਿੰਦਾ ਤੂੰ ਭਰੋਸਾ ਰੱਖ। ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਛੱਡ ਦਿੱਤਾ ਕਿ ਜਦੋਂ ਤੇਰੀ ਮੌਜ ਹੈ ਤੂੰ ਮੈਨੂੰ ਮਿਲੇਗਾ। ਮੈਂ ਆਪਣੇ ਵੱਲੋਂ ਆਪਣੀ ਪੂਰੀ ਕੋਸ਼ਿਸ਼ ਕਰਨੀ ਆ, ਇਮਾਨਦਾਰੀ ਦੇ ਨਾਲ। ਮੈਂ ਤੇਰਾ ਧਿਆਨ ਕਰਨਾ, ਤੇਰੀ ਬੰਦਗੀ ਕਰਨੀ ਹੈ। ਜੋ ਮੈਨੂੰ ਪਤਾ ਲੱਗਦਾ ਉਹ ਮੈਂ ਹਰ ਚੰਗਾ ਕਰਮ ਕਰਨਾ ਹੈ ਤੇਰੀ ਪ੍ਰਾਪਤੀ ਦਾ। ਸੋ ਅਸੀਂ ਇਮਾਨਦਾਰੀ ਦੇ ਨਾਲ ਕੋਸ਼ਿਸ਼ ਕਰ ਸਕਦੇ ਹਾਂ। ਵੱਡੇ ਮਹਾਰਾਜ ਫਰਮਾਇਆ ਕਰਦੇ ਸੀ ਕਿ ਭਾਈ ਆਪਣੇ ਵੱਲੋਂ ਕੋਸ਼ਿਸ਼ ਕਰੋ ਇਮਾਨਦਾਰੀ ਦੇ ਨਾਲ, ਉਹਦੀ ਪ੍ਰਾਪਤੀ ਵਾਸਤੇ, ਜੀਵਨ ਨੂੰ ਮੁਕਤ ਕਰਨ ਵਾਸਤੇ। ਇਹ ਕੋਈ ਦਿਖਾਵੇ ਦੀ ਗੱਲ ਨਹੀਂ, ਇਹ ਕੋਈ ਕਾਹਲੀ ਦਾ ਸਮਾਂ ਨਹੀਂ ਹੈ। ਜੀਵਨ ਹੀ ਪਰਮਾਰਥ ਹੈ। ਸਾਡੇ ਜੀਵਨ ਦਾ ਮਨੋਰਥ ਹੀ ਪਰਮਾਤਮਾ ਹੈ। ਇਹੀ ਸਾਡਾ ਜੀਵਨ ਦਾ ਮਹੱਤਵ ਹੈ, ਇਹੀ ਜੀਵਨ ਦੀ ਅਸਲੀ ਪੂੰਜੀ ਹੈ। ਸੋ ਹੇ ਪਰਮੇਸ਼ਵਰ, ਹੇ ਸਿਰਜਣਹਾਰ, ਇਹੀ ਬੇਨਤੀ ਅਖੀਰ ਦੇ ਵਿੱਚ ਤੇਰੇ ਚਰਨਾਂ 'ਚ ਹੈ ਕਿ ਕਿਰਪਾ ਕਰ, ਜੋ ਮਨੋਰਥ ਦੇ ਕੇ ਤੂੰ ਸਾਨੂੰ ਮਨੁੱਖਾ ਜਨਮ ਦਿੱਤਾ ਹੈ, ਅਸੀਂ ਉਸ ਮਨੋਰਥ ਤੋਂ ਮੋਹ ਮਾਇਆ ਦੇ ਚੱਕਰ ਦੇ ਵਿੱਚ ਭਟਕੀਏ ਨਾ। ਇਹ ਕਿਰਪਾ ਤੂੰ ਸਾਡੇ 'ਤੇ ਕਰ ਦੇ। ਸਾਡਾ ਨਿਸ਼ਾਨੇ 'ਤੇ ਸਾਡਾ ਧਿਆਨ ਰਵੇ, ਉਸ ਮਨੋਰਥ 'ਤੇ ਅਸੀਂ ਦ੍ਰਿੜ ਰਹੀਏ। ਐਸੀ ਕਿਰਪਾ ਕਰ। ਐਸੀ ਅਵਸਥਾ ਦੇ ਵਿੱਚ ਸਾਰਾ ਹੀ ਸਮਾਂ, ਚਾਹੇ ਆਉਣ ਵਾਲਾ ਸਾਲ ਆ, ਚਾਹੇ ਕੁਛ ਆ, ਸਭ ਕੁਛ ਉਹਦੀ ਕਿਰਪਾ 'ਚ ਉਹ ਆਪਣੇ ਆਪ ਹੀ ਚੰਗਾ ਕਰ ਲੈਂਦਾ। ਇਹ ਉਹਦੀ ਬਖਸ਼ਿਸ਼ ਹੁੰਦੀ ਹੈ। ਸੋ ਇੱਥੇ ਗੁਰਸਿੱਖ ਸੰਗਤਾਂ ਦੇ ਚਰਨਾਂ 'ਚ ਸਮਾਪਤੀ ਦੀ ਬੇਨਤੀ ਕਰਦਾ ਹੈ। ਸ਼ਬਦ ਦੀ ਵਿਆਖਿਆ ਕਰਦੇ ਤੋਂ, ਕਥਾ ਕਰਦੇ ਤੋਂ ਕੋਈ ਅੱਖਰ ਵੱਧ ਘੱਟ ਕਿਹਾ ਗਿਆ ਹੋਵੇ, ਮੈਂ ਖਿਮਾ ਦੀ ਜਾਚਨਾ ਕਰਦਾ ਹੈ। ਆਓ ਸਮਾਪਤੀ ਕਰੀਏ। ਸਮਾਪਤੀ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਵਾਸਤੇ ਜੋ ਮਨੋਰਥ ਲੈ ਕੇ ਅਸੀਂ ਮਨੁੱਖੇ ਜਨਮ 'ਚ ਆਏ ਹਾਂ, ਉਹਨੂੰ ਪੂਰਨ ਕਰਨ ਵਾਲਾ ਹੀ ਸਾਲ ਹੋਵੇ। ਵੱਧ ਤੋਂ ਵੱਧ ਅਸੀਂ ਉੱਧਰ ਨੂੰ ਜੁੜ ਜਾਈਏ, ਇੰਨੇ ਪੱਕੇ ਹੋ ਜਾਈਏ ਇਸ ਸਮੇਂ 'ਚ ਕਿ ਮੁੜ ਕਦੇ ਸਾਡਾ ਮਨ ਉਸ ਪਰਮਾਤਮਾ ਤੋਂ ਪਾਸੇ ਨਾ ਭਟਕੇ। ਆਓ ਸਮਾਪਤੀ ਕਰੀਏ। ਸਹੀ ਪਿਆਰੇ ਮੇਲ, ਜਿਨ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।